ਸ਼ਰਦਾ ਕਤਲकांड ਦੇ ਮੁਲਜ਼ਮ ਅਫਤਾਬ ਦੇ ਉੱਤੇ ਦਿੱਲੀ ਐਫਸੀਐਲ ਦਫ਼ਤਰ ਦੇ ਬਾਹਰ ਹਮਲੇ ਦੀ ਕੋਸ਼ਿਸ਼। 4 ਤੋਂ 5 ਮੁਲਜ਼ਮਾਂ ਨੇ ਤਲਵਾਰਾਂ ਦੇ ਨਾਲ ਬੋਲਿਆ ਹਮਲਾ। ਪੁਲਿਸ ਨੇ ਫੁਰਤੀ ਦਿਖਾਉਂਦਿਆਂ ਮੁਲਜ਼ਮ ਕਿਤੇ ਕਾਬੂ। बीजेपी ਦੇ ਗੜਜੋੜ ਪਲਾਨ ਦੇ ਵਿੱਚੋਂ ਬਾਦਲ ਪਰਿਵਾਰ ਬਾਹਰ। ਨਿਊਜ਼ 18 ਤੇ ਬੋਲੇ ਇਕਬਾਲ ਸਿੰਘ ਲਾਲਪੁਰਾ, ਕਿਹਾ ਅਕਾਲੀ ਦਲ ਤਾਂ ਅੱਜ ਵੀ ਸਾਡੇ ਨਾਲ। ਢੀਂਡਸਾ ਧੜੇ ਦਾ ਦਿੱਤਾ ਹਵਾਲਾ, ਪਰ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਨਾਲ ਨਹੀਂ ਪਾਵਾਂਗੇ ਸਾਂ। ਇਕਬਾਲ ਸਿੰਘ ਲਾਲਪੁਰਾ ਦਾ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ, ਕਿਹਾ ਮੈਂ 1 ਸਾਲ ਤੋਂ ਪੰਜਾਬ ਦੇ ਵਿੱਚ ਬਣ ਰਹੀਆਂ ਚਰਚ ਦੇ ਬਾਰੇ ਮੰਗ ਰਿਹਾ ਹਾਂ ਡੇਟਾ, ਪਰ ਸਰਕਾਰ ਨਹੀਂ ਦੇ ਰਹੀ ਕੋਈ ਅੰਕੜਾ ਜਾਂ ਰਿਪੋਰਟ। ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਕਾਨੂੰਨ ਲਿਆਉਣ ਦੀ ਤਿਆਰੀ। ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਹਲਫਨਾਮਾ, ਕਿਹਾ ਅਸੀਂ ਮਸਲੇ ਦੀ ਗੰਭੀਰਤਾ ਤੋਂ ਹਾਂ ਵਾਕਿਫ। ਕਥਿਤ ਸਿੰਚਾਈ ਘੁਟਾਲੇ ਦੇ ਵਿੱਚ ਵਿਜੀਲੈਂਸ ਦੀ ਰਡਾਰ ਦੇ ਉੱਤੇ ਆਏ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਸਕੱਤਰ। ਕੱਲ ਵਿਜੀਲੈਂਸ ਦਫ਼ਤਰ ਦੇ ਵਿੱਚ ਸੱਦੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਰਵੇਸ਼ ਕੌਸ਼ਲ। ਬਿਕਰਮ ਮਜੀਠੀਆ ਦੀ ਸਰਕਾਰ ਤੋਂ ਮੰਗ, ਪਿਛਲੇ 3 ਸਾਲ ਦੇ ਵਿੱਚ ਹੋਈਆਂ ਸਰਕਾਰੀ ਭਰਤੀਆਂ ਹੁਣ ਰੱਦ। ਨਾਇਬ ਤਹਿਸੀਲਦਾਰਾਂ ਦੀ ਭਰਤੀ ਦਾ ਦਿੱਤਾ ਹਵਾਲਾ। ਸੀਬੀਆਈ ਜਾਂ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ। ਪਟਿਆਲਾ ਦੇ ਘਨੌਰ ਦੇ ਵਿੱਚ 3 ਬਾਈਕ ਸਵਾਰ ਲੁਟੇਰਿਆਂ ਨੇ ਲੁੱਟਿਆ ਬੈਂਕ। 18 ਲੱਖ ਲੁੱਟ ਕੇ ਹੋਏ ਫਰਾਰ। ਸੀਸੀਟੀਵੀ ਵਿੱਚ ਕੈਦ ਹੋਏ ਲੁਟੇਰੇ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਜਦੋਂ ਕਿਸੇ ਸ਼ਖਸ ਦੇ ਵੱਲੋਂ ਇੱਕ ਮਹਿਲਾ ਦੇ 35 ਟੁਕੜੇ ਕਰ ਦਿੱਤੇ ਜਾਣ ਉਸ ਦੇ ਕਤਲ ਤੋਂ ਬਾਅਦ, ਔਰ ਗੁੱਸਾ ਉਸ ਦੇ ਖਿਲਾਫ ਲੋਕਾਂ ਦਾ ਫੁੱਟੇ, ਫਿਰ ਫਰਕ ਤਾਂ ਪੈਂਦਾ ਹੈ। ਜੇ ਅਸੀਂ ਜ਼ਿਕਰ ਕਰ ਰਹੇ ਹਾਂ ਸ਼ਰਧਾ ਮਰਡਰ ਕੇਸ ਦਾ, ਜੋ ਦਿੱਲੀ ਦੇ ਵਿੱਚ ਹੋਇਆ। ਸ਼ਰਧਾ ਮਰਡਰ ਕੇਸ ਦੇ ਮੁਲਜ਼ਮ ਆਫਤਾਬ ਨੂੰ ਲੈ ਕੇ ਜਾ ਰਹੀ ਵੈਨ ਦੇ ਉੱਤੇ 4 ਤੋਂ 5 ਲੋਕਾਂ ਨੇ ਹਮਲੇ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਆਫਤਾਬ ਪੋਲੀਗ੍ਰਾਫੀ ਟੈਸਟ ਤੋਂ ਬਾਅਦ ਉਸ ਨੂੰ ਰੋਹਿਣੀ ਦੀ ਐਫਐਸਐਲ ਲੈਬ ਤੋਂ ਲੈ ਕੇ ਜਾਇਆ ਜਾ ਰਿਹਾ ਸੀ, ਉਸ ਵੇਲੇ ਇਹਨਾਂ ਲੋਕਾਂ ਨੇ ਵੈਨ ਦਾ ਪਿੱਛਾ ਕੀਤਾ। ਇਹਨਾਂ ਦੇ ਵਿੱਚੋਂ 2 ਲੋਕਾਂ ਦੇ ਹੱਥਾਂ ਵਿੱਚ ਤਲਵਾਰਾਂ ਸੀ। ਜਦੋਂ ਆਫਤਾਬ ਨੂੰ ਲੈਬ ਤੋਂ ਵਾਪਸ ਜੇਲ੍ਹ ਲੈ ਕੇ ਜਾਣ ਲੱਗੇ ਤਾਂ ਪਹਿਲਾਂ ਲੈਬ ਦੇ ਗੇਟ ਦੇ ਬਾਹਰ ਇਹ ਲੋਕ ਖੜੇ। ਪਹਿਲਾਂ ਇਹਨਾਂ ਨੇ ਉਸ ਨੂੰ ਲੈ ਕੇ ਜਾ ਰਹੀ ਵੈਨ ਦੇ ਉੱਤੇ ਪਥਰਾ ਕੀਤਾ ਅਤੇ ਬਾਅਦ ਦੇ ਵਿੱਚ ਤਲਵਾਰ ਲਿਆ ਇੱਕ ਸ਼ਖਸ ਪੁਲਿਸ ਵੈਨ ਤੱਕ ਪਹੁੰਚ ਗਿਆ। छोटा गया है, अगली बार इसको गोलियों से काट देंगे। इसके इतने टुकड़े करेंगे, हम क्यों है अपनी तरफ से। ਮੁਲਜ਼ਮ ਆਫਤਾਬ ਪੂਰੀ ਤਰ੍ਹਾਂ ਸੁਰੱਖਿਅਤ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਹਵਾਈ ਫਾਇਰ ਵੀ ਕੀਤੇ। ਪੁਲਿਸ ਨੇ ਹਮਲਾਵਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਖੁਦ ਨੂੰ ਕਿਸੇ ਹਿੰਦੂ ਜਥੇਬੰਦੀ ਦਾ ਮੈਂਬਰ ਦੱਸ ਰਹੇ ਨੇ। ਖੈਰ, ਕਾਨੂੰਨ ਹੱਥ ਦੇ ਵਿੱਚ ਲੈਣ ਦੀ ਇਜਾਜ਼ਤ ਤਾਂ ਕਿਸੇ ਨੂੰ ਵੀ ਨਹੀਂ ਹੈ। ਬੇਸ਼ੱਕ ਆਫਤਾਬ ਦੇ ਵੱਲੋਂ ਜੋ ਕੀਤਾ ਗਿਆ ਉਹ ਬਹੁਤ ਘਿਨਾਉਣਾ ਹੈ, ਪਰ ਉਸ ਦੀ ਸਜ਼ਾ ਕਾਨੂੰਨ ਦੇ ਮੁਤਾਬਿਕ ਅਦਾਲਤ ਦੇਵੇਗੀ। ਪਰ ਇਸ ਸਭ ਦੇ ਵਿਚਾਲੇ ਆਫਤਾਬ ਦੇ ਉੱਤੇ ਹਮਲੇ ਦਾ ਮਾਮਲਾ ਤੇ ਹਮਲਾ ਕਰਨ ਵਾਲਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ਹਮਲਾ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ। ਦਰਅਸਲ ਦਿੱਲੀ ਦੀ ਐਫਐਸਐਲ ਦਫ਼ਤਰ ਦੇ ਬਾਹਰ ਇਹ ਹਮਲੇ ਦੀ ਕੋਸ਼ਿਸ਼ ਹੋਈ ਸੀ। 4 ਤੋਂ 5 ਲੋਕਾਂ ਨੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਤਲਵਾਰਾਂ ਤੇ ਹਥੌੜੇ ਲੈ ਕੇ ਇਹ ਹਮਲਾਵਰ ਉੱਥੇ ਪਹੁੰਚ ਗਏ ਸੀ। ਬਿਲਕੁਲ ਉਸ ਵੈਨ ਦੇ ਨੇੜੇ ਵੀ ਪਹੁੰਚ ਗਏ ਜਿਸ ਵੈਨ ਦੇ ਵਿੱਚ ਪੁਲਿਸ ਦੀ ਵੈਨ ਦੇ ਵਿੱਚ ਆਫਤਾਬ ਸੀ। ਤਾਂ ਇਸ ਪੂਰੇ ਮਾਮਲੇ 'ਚ ਤੁਹਾਨੂੰ ਦੱਸ ਦਈਏ ਕਿ ਹੁਣ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ। इंतजार कर रहे हैं साढ़े सहयोगी इस समय फोन लाइन पे साढ़े नाल ने दिल्ली तो शंकर आनंद। शंकर, जानना चाहेंगे क्या कुछ आपके पास इस समय जानकारी इस पूरी घटना को लेकर और घटना के बाद हुए इस जो मामला दर्ज हुआ है एफआईआर को लेकर? देखिए, शाम के वक्त में जब आफताब को पॉलीग्राफ टेस्ट कराने के बाद जो दिल्ली पुलिस की टीम जब वापस उसको जेल लेके जा रही थी, उसी दौरान में तकरीबन 5 लोग अचानक आते हैं और वो तलवार निकाल के और हंगामा करना शुरू कर देते हैं। और जब उन लोगों को डिटेन किया गया, जब उस मामले में पूछताछ किया गया, तो उसके बाद उन लोगों में 2 लोगों को डिटेन किया। हालांकि 3 लोग वहां से मौके से फरार हो गए, जिसमें 2 लोगों का नाम है निगम गुज्जर और दूसरे का नाम है कुलदीप ठाकुर। ये दोनों गुरुग्राम के रहने वाले हैं और इन लोगों से अब इस मामले में पूछताछ की जा रही है। और अभी थोड़ी देर पहले ही दिल्ली पुलिस की जो विशेष तौर पर रोहिणी जिला पुलिस है, उसने इस मामले की गंभीरता को देखते हुए एक एफआईआर रजिस्टर कर दिया है और ये रजिस्टर प्रशांत विहार थाने में किया गया है। अगर तमाम सेक्शन की बात करें तो 186, 353, 147, 148 समेत कई संगीन धाराओं के तहत इस मामले को दर्ज किया गया है
और मामले को दर्ज करने के बाद आगे अब इस मामले की तफ्तीश की जाएगी और ये देखा जाएगा कि आखिर ये किस तरह से इस साजिश को अंजाम दिया गया और किस तरह से आफ्ताब पर और आफ्ताब के जो वाहन है उस जिस वाहन से उसको लेकर जाना था उस पर वो हमला करने की कोशिश की गई। तो ये मामला बेहद संगीन है और इसी मामले की गंभीरता को देखते हुए प्रशांत देहात थाने में इस मामले को दर्ज किया गया है और आगे अब इन्वेस्टिगेशन किया जाएगा। लेकिन कहीं कहीं इस मामले में कहा जा सकता है कि इस मामले पर जहां जिस तरह से दिल्ली पुलिस ने एक जोश दिखाते हुए कह सकते हैं कि आफ्ताब को सुरक्षित तरीके से वहां से निकाला, तो ये भी यहाँ पे काबिल तारीफ है। और वहां पर दिल्ली पुलिस इन तमाम मामलों पर एक रिपोर्ट तैयार करके दिल्ली पुलिस मुख्यालय को दिया जाएगा। तो कल इस मामले पर दिल्ली पुलिस मुख्यालय में काफी महत्वपूर्ण बैठक भी हो सकती है और इस मामले को लेकर आगे चर्चा भी हो सकती है। लेकिन जो अगर बोला जाए तो ये 5 जो आरोपी हैं, 5 आरोपी हरियाणा से आए थे और इस मामले में जो निगम गुज्जर है उसने उस आरोपी ने इस बात को स्वीकार भी किया है कि वो और उसके साथी जो आए थे वो सारे के सारे वो हरियाणा से आए थे और वो आफ्ताब का कत्ल करना चाहते थे। तो इस तरह का जो बयान है वो भी बयान मीडिया कर्मियों के सामने दिया गया है। तो इस बयान को भी काफी गंभीरता से देखा जा रहा है और इस मामले की भी आगे पड़ताल की जाएगी। जी शुक्रिया शंकर, धन्यवाद साडे नाल जुड़न दे लई। इस पूरी गलबात दे लई तां परचा दर्ज कर दिता गया है और ਇਹ हमला ਕਰਨ ਦੇ ਲਈ ਉੱਥੇ ਪਹੁੰਚੇ ਸੀ ਤੇ ਮੌਕੇ ਦੇ ਉੱਤੇ ਪੁਲਿਸ ਜਿਹੜੀ ਮੌਜੂਦ ਸੀ ਫੁਰਤੀ ਦਿਖਾਉਂਦੇ ਹੋਏ ਕੁਝ ਹਵਾਈ ਫਾਇਰ ਵੀ ਉਹਨਾਂ ਦੇ ਵੱਲੋਂ ਕੀਤੇ ਗਏ ਤੇ ਉਸ ਤੋਂ ਬਾਅਦ ਇਹ 4 ਤੋਂ 5 ਜਿਹੜੇ ਮੁਲਜ਼ਮ ਸੀ ਤਲਵਾਰ ਤੇ ਹਥੌੜੇ ਲੈ ਕੇ ਪਹੁੰਚੇ ਸੀ, ਇਹਨਾਂ ਨੂੰ ਕਾਬੂ ਕਰ ਲਿਆ ਗਿਆ। आफ्ताब ਦੇ ਉੱਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਇਹ ਉਹੀ आफ्ताब ਹੈ ਜਿਸ ਨੇ ਸ਼ਰਧਾ ਦਾ ਮਰਡਰ ਕੀਤਾ। जो जानकारी है कि लिविन दे विच रहंदे सन दोवें मर्डर किया तो उस तो बाद 35 टुकड़े उसकी लाश दे कर दिते। करीब 6 महीने तक भजदा भी रहा और पुलिस आखिर पहुंच गई और पूरे मामले का खुलासा हो गया। टुकड़े वक-वक थावां दे उत्ते इस दे वल्लों सुट्टे गए। पुलिस आफ्ताब तो लगातार पुछगिछ भी कर रही है ते इस विचाले गुस्सा भी आफ्ताब के खिलाफ लोगों का जरूर नजर आउंदा है। उधर श्रद्धा मर्डर केस वर्गा ही दिल्ली के त्रिलोकपुरी इलाके दे विच भी एक होर हत्याकांड सामने आया जिसका खुलासा पुलिस ने किया। श्रद्धा मर्डर वर्गी इस वारदात दे विच महिला ने बेटे दे नाल मिल के अपने पति दा कतल कर दिता। लाश दे 10 टुकड़े किते फ्रिज दे विच रखिया ते कई दिन आस-पास दे इलाकिਆਂ दे विच उस नूं सुੱਟਦੇ ਰਹੇ। इस केस ਦਾ पुलिस ने एक वीडियो भी जारी किया है जो जून महीने ਦਾ है। इस दे विच दोवें मुलਜ਼ਮ मैदान के अंदर जाते नजर आउंदे ने। इस दे विच बेटा बैग च टुकड़े लैके जांदा दिखदा है अते मां भी पिछे नजर आउंदी है। पुलिस ने कुछ फोटोज भी जारी कीतियां ने जो मृतक दे बॉडी पार्ट्स दे ने। पुलिस ने 6 टुकड़े बरामद कर लए ने, इन्हां दे विच सिर भी शामिल है। हल्का सा सुराग लगा कि एक अंजन दास नाम का व्यक्ति दिखाई नहीं पड़ रहा। कल्याणपुरी में जाके जब हमने चेक किया तो वहाँ पे पूनम मिली जिसके साथ वो रहता था और दीपक जो पूनम का लड़का। इन्होंने ये बताया कि ये तो बहुत दिन से चला गया कहीं छोड़ के और अभी आगे हमारे पास कोई इसका अता पता नहीं है। हम वो कपड़े इनसे रिकवर कर लिए हमने इनके यहाँ से जो इन्होंने पहने हुए हैं CCTV, उससे हमारे को बिल्कुल पुख्ता हो गया कि ये मर्डर इन्होंने ही किया है। जिसदा कतल किया गया उसका नाम अंजन दास सी जो त्रिलोकपुरी दे विच रहिंदा सी। कतल दी मुलਜ਼ਮ महिला का नाम पूनम है जो अंजन की दूजी पत्नी है। बेटे का नाम दीपक है जो अंजन का सौतेला बेटा है। मां अते बेटे नूं अरेस्ट कर लिया गया है। खैर जिस तरीके नाल मामला सामने आया सबनों हिला के जरूर रख दिता। खैर जो एक मां बेटे दे वल्लों एक शख्स का कतल जो उस महिला का पति है उसका कतल कर दिता जाए, यानी रिश्तियां च इन्ना जबरदस्त निगार आवे और उस तो बाद कतल करने तो बाद भी कई टुकड़े उसकी लाश दे कर दिते जान, फिर फर्क तब पैंदा है। हुण अगे वधदे हां ते जबरी धर्म परिवर्तन रोकण नूं लैके दाखल पटीशन दे उत्ते केंद्र ने सुप्रीम कोर्ट दे विच जवाब दाखिल किया है। केंद्र दे जवाब दे विच सुप्रीम कोर्ट ने पूछा कि तुसी इस नूं लैके हुण तक की कीता है। सुप्रीम कोर्ट ने केंद्र सरकार नूं इस मामले नूं लैके अपनी योजना दस्सण दे लई कहा अते यह भी हुक्म दिते कि सरकार दा एक डिटेल हल्फनामा दाखिल होवे। केंद्रीय स्तर पे कानून बनाना बहुत जरूरी है। या तो केंद्र सरकार पार्लियामेंट में एक अलग से कानून बनाए, नहीं तो इंडियन पिनल कोड का जो चैप्टर 15 है, चैप्टर 15 ऑफेंस रिलेटिंग टू रिलीजन, उसको अमेंड करे, उसमें 2 नई धारा छोड़े। जब तक विदेशी फंडिंग नहीं रुकेगी, हवाला की फंडिंग नहीं रुकेगी, FCRA की फंडिंग नहीं रुकेगी और धर्मांतरण कराने वालों की 100% प्रॉपर्टी जब्त करने
और 10 से 20 साल की सजा देने के लिए कानून नहीं बनेगा, तब तक धर्मांतरण नहीं रुकेगा। ਸੁਪਰੀਮ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਦੇ ਵਿੱਚ ਪਟੀਸ਼ਨਕਰਤਾ ਦੇ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਤਰ੍ਹਾਂ ਦੇ ਲਾਲਚ ਦੇ ਕੇ ਜ਼ਬਰੀ ਧਰਮ ਪਰਿਵਰਤਨ ਕਰਵਾਏ ਜਾਣ ਦਾ ਜ਼ਿਕਰ ਕਰਦੇ ਹੋਏ ਇਸ ਨੂੰ ਰੋਕਣ ਦੇ ਲਈ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ, ਜਿਸ ਦੇ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਦੇ ਉੱਤੇ ਆਪਣਾ ਰੁਖ ਸਾਫ਼ ਕਰਨ ਦੇ ਲਈ ਕਿਹਾ ਸੀ। ਇਸ ਮਾਮਲੇ 'ਚ ਹੁਣ ਅਗਲੀ ਸੁਣਵਾਈ 5 ਦਸੰਬਰ ਨੂੰ ਹੋਵੇਗੀ। ਤਾਂ ਸੁਪਰੀਮ ਕੋਰਟ ਦੇ ਵਿੱਚ ਪੂਰਾ ਮਾਮਲਾ ਪਹੁੰਚਿਆ ਹੋਇਆ। ਖੈਰ ਪੰਜਾਬ ਦੇ ਵਿੱਚ ਇਸ ਦਾ ਬਹੁਤ ਜ਼ਿਕਰ ਹੁੰਦਾ ਹੋਇਆ ਨਜ਼ਰ ਆਇਆ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਦੇ ਉੱਤੇ ਇਲਜ਼ਾਮ ਲੱਗਦੇ ਨੇ। ਉਧਰ ਇਕਬਾਲ ਸਿੰਘ ਲਾਲਪੁਰਾ ਦਾ ਜ਼ਿਕਰ ਵੀ ਇੱਥੇ ਜ਼ਰੂਰ ਅਸੀਂ ਕਰਾਂਗੇ। ਇਕਬਾਲ ਸਿੰਘ ਲਾਲਪੁਰਾ ਨੇ ਨਿਊਜ਼ 18 ਦੇ ਨਾਲ ਗੱਲਬਾਤ ਕੀਤੀ। ਬੀਜੇਪੀ ਨੇ ਅਕਾਲੀ ਦਲ ਦੇ ਨਾਲ ਮੁੜ ਤੋਂ 9 ਮਾਸ ਦਾ ਰਿਸ਼ਤਾ ਬਣਨ ਦੀਆਂ ਅਫਵਾਹਾਂ ਦੇ ਉੱਤੇ ਹੁਣ ਪਾਣੀ ਫੇਰ ਦਿੱਤਾ। ਤੇ ਪਾਣੀ ਫੇਰਿਆ ਬੀਜੇਪੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ। ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਦੌਰਾਨ ਲਾਲਪੁਰਾ ਨੇ ਸਿੱਧਾ ਅਕਾਲੀ ਦਲ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਕਿਹਾ ਕਿ ਬੀਜੇਪੀ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਦੇ ਨਾਲ ਕਦੇ ਨਹੀਂ ਜਾਵੇਗੀ। ਇਸ ਤਰ੍ਹਾਂ ਦਾ ਬਾਦਲ ਪਰਿਵਾਰ ਨੂੰ ਅਸੀਂ 25 ਸਾਲ ਦਿੱਤੇ ਹੈ ਕਿ ਉਹ ਬਹੁਤਾ ਕੁਝ ਲੋਕਾਂ 'ਚ ਲੈ ਕੇ ਜਾ ਨਹੀਂ ਸਕੇ ਤੇ ਸਮਾਜ ਪੰਜਾਬ ਤਰੱਕੀ ਚਾਹੁੰਦਾ, ਪੰਜਾਬ ਖੁਸ਼ਹਾਲੀ ਚਾਹੁੰਦਾ ਹੈ, ਪੰਜਾਬ ਅਮਨ ਚਾਹੁੰਦਾ ਹੈ, ਪੰਜਾਬ ਆਪਸੀ ਭਾਈਚਾਰਾ ਚਾਹੁੰਦਾ ਹੈ ਤੇ ਜਿਹੜਾ ਇਹਨੂੰ ਸੱਟ ਮਾਰਦਾ ਜਾਂ ਇਸ ਪਾਸੇ ਯਤਨ ਕਰਦਾ ਅਸੀਂ ਉਹਦੇ ਤੇ ਇੱਕ ਪੈਰ ਪਿੱਛੇ ਹੀ ਰੱਖਦੇ ਹਾਂ ਤੇ ਸਾਡੀ ਦੋਸਤੀ ਤਾਂ ਅਮਨ ਪਸੰਦ ਲੋਕਾਂ ਨਾਲ ਹੋ ਸਕਦੀ ਹੈ। ਲਾਲਪੁਰਾ ਇਸ ਤੋਂ ਵੀ ਇੱਕ ਕਦਮ ਅੱਗੇ ਵਧੇ ਤੇ ਇਲਜ਼ਾਮ ਇੱਥੋਂ ਤੱਕ ਲਗਾ ਦਿੱਤਾ ਕਿ ਜਦੋਂ ਪਾਰਟੀ ਉਹਨਾਂ ਨੂੰ ਪੰਜਾਬ ਬੀਜੇਪੀ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਤਾਂ ਅਕਾਲੀ ਦਲ ਨੇ ਹੀ ਇਸ ਦਾ ਵਿਰੋਧ ਕੀਤਾ ਸੀ। ਮੈਨੂੰ ਪਤਾ ਹੈ ਕਿ ਜਦੋਂ ਮੈਨੂੰ ਬੀਜੇਪੀ ਦਾ ਪ੍ਰੈਜ਼ੀਡੈਂਟ ਬਣਾਉਣ ਲੱਗੇ ਸੀ ਤੇ ਅਕਾਲੀ ਲੀਡਰਸ਼ਿਪ ਨੇ ਆਖਿਆ ਸੀ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਵੀ ਸਿੱਖ ਹੋਏਗਾ ਤੇ ਅਸੀਂ ਸਾਡੇ ਨਾਲ ਤੁਹਾਡਾ ਰਹਿਣਾ ਮੁਸ਼ਕਲ ਹੋ ਜਾਏਗਾ। ਤੇ ਜਦੋਂ ਬੀਜੇਪੀ ਦਾ ਵੱਡਾ ਚਿਹਰਾ ਅਕਾਲੀ ਦਲ ਤੇ ਸਿੱਧਾ ਨਿਸ਼ਾਨਾ ਸਾਧੇ, ਬੀਜੇਪੀ ਪਾਰਲੀਮੈਂਟਰੀ ਬੋਰਡ ਦਾ ਮੈਂਬਰ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰੇ, ਫਿਰ ਫਰਕ ਤਾਂ ਪੈਂਦਾ ਹੈ। ਖੈਰ 2024 ਦੇ ਇਲੈਕਸ਼ਨ ਦੇ ਵਿੱਚ ਕੀ ਹੋਏਗਾ, ਕੀ ਗਠਜੋੜ ਹੋਏਗਾ ਜਾਂ ਨਹੀਂ, ਇੱਕ ਵੱਡਾ ਸਵਾਲ ਜ਼ਰੂਰ ਹੈ। ਖੈਰ ਚਰਚਾਵਾਂ ਜ਼ਰੂਰ ਸ਼ੁਰੂ ਹੋ ਚੁੱਕੀਆਂ ਨੇ। ਅੱਗੇ ਵਧਦੇ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਸਿਆਸਤ ਦੇ ਇੱਕ ਦਿਲਚਸਪ ਤਸਵੀਰ। ਤੇ ਇੱਕ ਫਰੇਮ ਦੇ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ ਤੇ ਰਵਨੀਤ ਬਿੱਟੂ। ਤਸਵੀਰਾਂ ਨੇ ਇੱਕ ਵਿਆਹ ਸਮਾਗਮ ਦੀਆਂ, ਜਿਸ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਵੱਡੇ ਆਗੂ ਸਭ ਗਿਲੇ ਸ਼ਿਕਵੇ ਭੁੱਲ ਕੇ ਇੱਕ ਦੂਜੇ ਨੂੰ ਮਿਲਦੇ ਨਜ਼ਰ ਆਉਂਦੇ ਨੇ। ਤਿੰਨੋਂ ਲੀਡਰ ਵਿਆਹ 'ਚ ਪਹੁੰਚੇ ਤਾਂ ਸਿਆਸੀ ਗਿਲੇ ਸ਼ਿਕਵਿਆਂ ਤੋਂ ਪਰੇ ਇੱਕ ਦੂਜੇ ਨੂੰ ਜੱਫੀਆਂ ਵੀ ਪਈਆਂ। ਦਰਅਸਲ ਬੀਤੇ ਦਿਨੀ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦੇ ਬੇਟੇ ਦਾ ਵਿਆਹ ਸੀ, ਜਿਸ 'ਚ ਪੰਜਾਬ ਦੇ ਵੱਡੇ ਸਿਆਸੀ ਲੀਡਰ ਸ਼ਾਮਲ ਹੋਏ। ਇਸ ਦੌਰਾਨ ਦੀ ਇੱਕ ਤਸਵੀਰ ਨੇ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਖੂਬ ਚਰਚਾ ਬਟੋਰੀ। ਹਰ ਕੋਈ ਆਪੋ ਆਪਣੇ ਪੱਧਰ ਤੇ ਇਸ ਤਸਵੀਰ ਦੇ ਮਾਇਨੇ ਵੀ ਕੱਢ ਰਿਹਾ ਹੈ। ਖੈਰ ਤਸਵੀਰ ਬਹੁਤ ਦਿਲਚਸਪ ਹੈ। ਆਮ ਤੌਰ ਤੇ ਸਿਆਸੀ ਵਿਰੋਧੀ ਨੇ ਔਰ ਬਹੁਤ ਤਲਖ ਟਿੱਪਣੀਆਂ ਇੱਕ ਦੂਜੇ ਦੇ ਖਿਲਾਫ ਕਰਦੇ ਨੇ, ਜੋ ਲੋਕ ਸੁਣਦੇ ਵੀ ਨੇ। ਪਰ ਜਦੋਂ ਸਿਆਸੀ ਧੁਰ, ਸਿਆਸੀ ਵਿਰੋਧੀ ਇੱਕੋ ਟੇਬਲ ਦੇ ਉੱਤੇ ਬੈਠ ਕੇ ਗੱਲਾਂ ਕਰਦੇ ਨਜ਼ਰ ਆਉਣ ਔਰ ਇੱਕ ਲਾਈਟ ਮੂਡ ਦੇ ਵਿੱਚ, ਯਾਨੀ ਕਿ ਹੱਸਣ ਖੇਡਣ ਦੇ ਮੂਡ ਦੇ ਵਿੱਚ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਤੇ ਹੁਣ ਗੱਲ ਉਸ ਆਗੂ ਦੀ ਕਰਾਂਗੇ ਜੋ ਸਾਬਕਾ ਕਾਂਗਰਸੀ ਬਣ ਚੁੱਕਿਆ ਹੈ। ਜੀ ਹਾਂ, ਸਾਬਕਾ ਹੁੰਦਿਆਂ ਹੀ ਉਸ ਆਗੂ ਨੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਹੰਕਾਰੀ ਤੱਕ ਕਰਾਰ ਦੇ ਦਿੱਤਾ। ਤੇ ਕਾਗਜ਼ ਦੇ ਉੱਤੇ ਉਕਰੀਆਂ ਦੋ ਲਾਈਨਾਂ ਦੇ ਨਾਲ ਕਮਲਜੀਤ ਬਰਾੜ ਸਾਬਕਾ ਕਾਂਗਰਸੀ ਹੋ ਗਏ। ਹਾਲਾਂਕਿ ਐਕਸ਼ਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕੀਤਾ ਹੈ, ਪਰ ਕਾਰਵਾਈ ਤੋਂ ਬਾਅਦ ਕਮਲਜੀਤ ਬਰਾੜ ਦੇ ਨਿਸ਼ਾਨੇ ਤੇ ਰਾਜਾ ਵੜਿੰਗ ਨੇ। ਪਾਰਟੀ ਨੇ ਬਾਹਰ ਦਾ ਰਸਤਾ ਨਹੀਂ ਵਿਖਾਇਆ। ਇੱਕ ਵਿਅਕਤੀ ਨੇ, ਜਿਹੜਾ ਹੰਕਾਰਿਆ ਹੋਇਆ ਵਿਅਕਤੀ ਆ, ਜਿਹਦੇ ਦਿਮਾਗ ਨੂੰ ਹੰਕਾਰ ਚੜਿਆ ਹੋਇਆ ਕਿ ਮੈਂ ਹੀ ਕਾਂਗਰਸ ਹਾਂ ਤੇ ਮੈਂ ਹੀ ਇਕੱਲਾ ਖੇਡੂ ਕਾਂਗਰਸ 'ਚ, ਹੋਰ ਕੋਈ ਰਹੂਗਾ ਨਹੀਂ। ਇਹ ਉਹਦਾ ਕੰਮ ਆ, ਉਹਦਾ ਕੀਤਾ ਹੋਇਆ ਕਾਰਾ ਹੈ। ਸਿੱਧੇ ਤੌਰ ਤੇ ਕੌਣ ਹੋਵੇ? ਰਾਜਾ ਵੜਿੰਗ, ਹੋਰ ਕੌਣ? ਕਮਲਜੀਤ ਬਰਾੜ ਨੇ ਪਾਰਟੀ 'ਚ ਆਪਣੇ ਪਰਿਵਾਰ ਦੇ ਵੱਲੋਂ ਕੀਤੇ ਗਏ ਕੰਮ ਗਿਣਵਾਏ ਤਾਂ ਰਾਜਾ ਵੜਿੰਗ ਨੂੰ ਜਵਾਕ ਤੱਕ ਕਰਾਰ ਦੇ ਦਿੱਤਾ। ਇਹੋ ਜਿਹੇ 20 ਆਏ ਜਾਂ 20 ਗਏ ਆ ਤਾਂ ਜਵਾਕ ਆ। ਇਹ ਤਾਂ ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਕਹਿੰਦਾ ਹੁੰਦਾ ਸੀ ਕਿ ਮੇਰੇ ਬਿਨਾਂ ਕਾਂਗਰਸ ਦਾ ਪੱਤਾ ਨਹੀਂ ਹਿਲ ਸਕਦਾ, ਕਾਂਗਰਸ ਚੱਲ ਨਹੀਂ ਸਕਦੀ ਮੇਰੇ ਬਿਨਾਂ। ਤੇ ਇਹ ਤਾਂ ਭੋਰਾ ਕੁ ਜਵਾਕ ਆ, ਉਹ ਤਾਂ ਵੱਡੇ ਖਿਡਾਰੀ ਸੀ। ਅੱਜ ਉਹ ਨਹੀਂ ਲੱਭ ਰਹੇ ਕੈਪਟਨ ਅਮਰਿੰਦਰ ਸਿੰਘ ਵਰਗੇ। ਕਿੱਥੇ ਆ ਉਹ? ਲੱਭਦੇ ਆ ਉਹ। ਜਿਹੜਾ ਵਰਕਰਾਂ ਦੀ ਕਦਰ ਨਹੀਂ ਕਰਦਾ ਉਹ ਖਤਮ ਹੋ ਜਾਂਦਾ। ਕਮਲਜੀਤ ਬਰਾੜ ਦੇ ਖਿਲਾਫ ਐਕਸ਼ਨ ਦਾ ਆਧਾਰ ਬਣੀ ਬਰਾੜ ਦੇ ਵੱਲੋਂ ਪਾਰਟੀ ਵਿਰੋਧੀ ਤੇ ਇੰਦਰਾ ਗਾਂਧੀ ਦੇ ਖਿਲਾਫ ਕੀਤੀ ਗਈ ਬਿਆਨਬਾਜ਼ੀ ਦੱਸੀ ਜਾ ਰਹੀ ਹੈ। ਰਾਜਾ ਵੜਿੰਗ ਦਾ ਖੁੱਲਾ ਵਿਰੋਧ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਆਲੋਚਨਾ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦਾ ਸਮਰਥਨ ਵੀ ਕਾਰਵਾਈ ਦੀ ਵਜ੍ਹਾ ਹੈ।
ਖੈਰ ਚਰਚਾਵਾਂ ਬਹੁਤ ਨੇ, ਪਰ ਜਿਵੇਂ ਸਾਬਕਾ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਪੰਜਾਬ ਕਾਂਗਰਸ ਪ੍ਰਧਾਨ ਸੀ। ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਹੁਤ ਜਲਦ ਪ੍ਰਧਾਨ ਬਦਲ ਜਾਣਗੇ। ਇੱਕ ਕਮਲਜੀਤ ਬਰਾੜ ਦਾ ਬਿਆਨ ਸੀ। ਉਧਰ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਕੌਮਾਂਤਰੀ 에ਅਰਪੋਰਟ ਯਾਨੀ ਕਿ IGI ਇੰਟਰਨੈਸ਼ਨਲ 에ਅਰਪੋਰਟ ਦੇ ਨਾਮ ਨੂੰ ਲੈ ਕੇ ਉਸ ਨੂੰ ਚੇਂਜ ਕਰਨ ਨੂੰ ਲੈ ਕੇ ਮੰਗ ਉੱਠੇਗੀ ਤੇ 에ਅਰਪੋਰਟ ਦਾ ਨਾਮ ਬਦਲਣ ਦੀ ਮੰਗ ਉੱਠਣ ਲੱਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਨੂੰ 에ਅਰਪੋਰਟ ਦਾ ਨਾਮ ਬਦਲਣ ਦੀ ਅਪੀਲ ਕੀਤੀ। SGPC ਦੀ ਮੰਗ ਹੈ ਕਿ 에ਅਰਪੋਰਟ ਦਾ ਨਾਮ ਬਦਲ ਕੇ ਇੰਦਰਾ ਗਾਂਧੀ ਦੀ ਥਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ। ਦੇਸ਼ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਜਿਹੜਾ ਕਿ ਇੰਦਰਾ ਗਾਂਧੀ ਦੇ ਨਾਮ ਤੇ ਆ, ਉਹ ਇੰਦਰਾ ਗਾਂਧੀ ਦੇ ਨਾਮ ਤੋਂ ਹਟਾ ਕੇ ਇਸ ਦੇਸ਼ ਦੇ ਲਈ ਲਾਸਾਨੀ ਕੁਰਬਾਨੀ ਕਰਨ ਵਾਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਨਾਮ ਨੂੰ ਸਮਰਪਣ ਕਰਨਾ ਚਾਹੀਦਾ। ਦੱਸ ਦਈਏ ਕਿ ਸੋਮਵਾਰ ਨੂੰ ਦੇਸ਼ ਭਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਕੀਤਾ, ਜਿਸ ਤੋਂ ਬਾਅਦ SGPC ਨੇ ਕੇਂਦਰ ਦੇ ਅੱਗੇ 에ਅਰਪੋਰਟ ਦਾ ਨਾਮ ਬਦਲਣ ਦੀ ਮੰਗ ਰੱਖੀ। ਮੌਜੂਦਾ ਸਮੇਂ ਦੇ ਵਿੱਚ IGI ਇੰਟਰਨੈਸ਼ਨਲ 에ਅਰਪੋਰਟ ਹੈ ਜਿਸ ਦੇ ਵੱਖ-ਵੱਖ ਟਰਮੀਨਲ ਨੇ ਤੇ ਜਦੋਂ ਕੈਨੇਡਾ ਜਾਂ US ਵਾਸਤੇ ਫਲਾਈਟਸ ਲਈਆਂ ਜਾਂਦੀਆਂ ਨੇ ਤਾਂ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਤੋਂ ਹੀ ਜ਼ਿਆਦਾਤਰ ਲੋਕ ਫਲਾਈਟਸ ਲੈ ਕੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ। ਤਾਂ ਅੱਜ ਇਸ ਮੁੱਦੇ ਦੇ ਨਾਲ ਹੀ ਜੁੜਿਆ ਹੋਇਆ ਸਾਡਾ ਸਵਾਲ ਵੀ ਹੈ, ਵਾਰੀ ਸਵਾਲ ਦੀ ਹੈ। ਸਵਾਲ ਤੁਹਾਨੂੰ ਪੁੱਛ ਰਹੇ ਹਾਂ ਤੇ ਸਵਾਲ ਇਹ ਹੈ ਕਿ ਦਿੱਲੀ ਹਵਾਈ ਅੱਡੇ ਦਾ ਨਾਮ ਇੰਦਰਾ ਗਾਂਧੀ ਦੇ ਨਾਮ ਦੇ ਉੱਤੇ ਕਦੋਂ ਰੱਖਿਆ ਗਿਆ ਸੀ? IGI ਇੰਟਰਨੈਸ਼ਨਲ 에ਅਰਪੋਰਟ ਮੌਜੂਦਾ ਸਮੇਂ ਦੇ ਵਿੱਚ ਨਾਮ ਹੈ ਔਰ ਇਸ ਦਾ ਨਾਮ ਬਦਲਣ ਦੀ ਮੰਗ SGPC ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਇਹ ਨਾਮ ਕਦੋਂ ਰੱਖਿਆ ਗਿਆ ਔਰ ਉਸ ਤੋਂ ਪਹਿਲਾਂ ਕੀ ਨਾਮ ਸੀ ਉਹ ਵੀ ਤੁਹਾਨੂੰ ਦੱਸਾਂਗੇ। 4 ਆਪਸ਼ਨ ਤੁਹਾਨੂੰ ਦੇ ਰਹੇ ਹਾਂ ਕਿ ਦਿੱਲੀ ਹਵਾਈ ਅੱਡੇ ਦਾ ਨਾਮ ਇੰਦਰਾ ਗਾਂਧੀ ਦੇ ਨਾਮ ਦੇ ਉੱਤੇ IGI ਇੰਟਰਨੈਸ਼ਨਲ 에ਅਰਪੋਰਟ ਕਦੋਂ ਰੱਖਿਆ ਗਿਆ? A 1984 ਚ, B 1986 ਚ, C 1999 ਦੇ ਵਿੱਚ ਜਾਂ ਫਿਰ D 1992 ਦੇ ਵਿੱਚ। ਸਹੀ ਜਵਾਬ ਕੀ ਹੈ ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਡੇ ਸਾਹਮਣੇ ਨਸ਼ਰ ਕਰਾਂਗੇ ਪੂਰੀ ਜਾਣਕਾਰੀ ਦੇ ਨਾਲ। ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ। 1984 ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਔਰ ਉਹਨਾਂ ਦੇ ਨਾਮ ਦੇ ਉੱਤੇ ਇਹ 에ਅਰਪੋਰਟ ਦਾ ਨਾਮ ਰੱਖਿਆ ਹੋਇਆ IGI ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ। ਸਵਾਲ ਦਾ ਜਵਾਬ ਤੁਹਾਨੂੰ ਦੱਸਾਂਗੇ ਕਿ ਕਦੋਂ ਇੰਦਰਾ ਗਾਂਧੀ ਦੇ ਨਾਮ ਦੇ ਉੱਤੇ 에ਅਰਪੋਰਟ ਦਾ ਨਾਮ ਰੱਖਿਆ ਗਿਆ, ਪਰ ਕਾਬਿਲ ਗੌਰ ਹੈ ਕਿ IGI 에ਅਰਪੋਰਟ ਇੰਟਰਨੈਸ਼ਨਲ 에ਅਰਪੋਰਟ ਦੁਨੀਆ ਦੇ ਸਭ ਤੋਂ ਜਿਹੜੇ ਬਿਜ਼ੀ ਰਹਿਣ ਵਾਲੇ, ਜਿੱਥੇ ਬਹੁਤ ਜ਼ਿਆਦਾ ਫਲਾਈਟਸ ਉਤਰਦੀਆਂ ਨੇ ਚੜ੍ਹਦੀਆਂ ਨੇ, ਉਹਨਾਂ ਦੇ ਵਿੱਚੋਂ ਇੱਕ IGI ਇੰਟਰਨੈਸ਼ਨਲ 에ਅਰਪੋਰਟ ਨੂੰ ਵੀ ਗਿਣਿਆ ਜਾਂਦਾ ਹੈ। ਉਧਰ ਪੰਜਾਬ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਵਿੱਚ ਘਿਰੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਸਰਕਾਰ ਨੇ ਵਿਜੀਲੈਂਸ ਨੂੰ ਆਸ਼ੂ ਦੇ ਖਿਲਾਫ ਕੇਸ ਚਲਾਉਣ ਦੀ ਪਰਮਿਸ਼ਨ ਦੇ ਦਿੱਤੀ ਹੈ। ਵਿਜੀਲੈਂਸ ਨੇ 22 ਅਗਸਤ ਨੂੰ ਲੁਧਿਆਣਾ ਦੇ ਵਿੱਚ ਸੈਲੂਨ ਤੋਂ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਵੇਲੇ ਤੋਂ ਹੀ ਆਸ਼ੂ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਹੈ। ਵਿਜੀਲੈਂਸ ਬਿਊਰੋ ਨੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਠੇਕੇਦਾਰ ਤੇਲੂ ਰਾਮ ਅਤੇ ਕਮਿਸ਼ਨ ਏਜੰਟ ਕ੍ਰਿਸ਼ਨ ਲਾਲ ਧੋਤੀਵਾਲਾ ਦੇ ਖਿਲਾਫ ਅਦਾਲਤ ਦੇ ਵਿੱਚ ਚਾਰਜਸ਼ੀਟ 14 ਨਵੰਬਰ ਨੂੰ ਦਾਖਲ ਕੀਤੀ ਸੀ। ਜਿਹੜੇ ਮੁਲਜ਼ਮਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਨੇ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਸੀ, ਉਹਨਾਂ ਦੇ ਵਿੱਚੋਂ 3 ਠੇਕੇਦਾਰ ਅਤੇ ਆੜਤੀ ਨੇ। ਤਾਂ ਮੁਸ਼ਕਿਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕਾਬਿਲ ਗੌਰ ਹੈ ਕਿ ਇਸ ਤੋਂ ਪਹਿਲਾਂ ਟਰਾਂਸਪੋਰਟ ਜਿਹੜਾ ਟੈਂਡਰ ਘੁਟਾਲਾ ਉਸ ਨੂੰ ਲੈ ਕੇ ਵੀ ਇਲਜ਼ਾਮ ਲੱਗੇ ਨੇ। ਜੇਲ੍ਹ ਦੇ ਵਿੱਚ ਨੇ ਭਾਰਤ ਭੂਸ਼ਣ ਆਸ਼ੂ। ਉਧਰ ਚੰਡੀਗੜ੍ਹ ਦੇ ਵਿੱਚ CM ਰਿਹਾਇਸ਼ ਦੇ ਬਾਹਰ ਪੈਰਾਲੰਪਿਕਸ ਖਿਡਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਤੇ ਪ੍ਰਦਰਸ਼ਨਕਾਰੀ ਖਿਡਾਰੀਆਂ ਨੇ ਸਰਕਾਰ ਦੇ ਖਿਲਾਫ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ, ਜਿਨ੍ਹਾਂ ਨੂੰ NSUI ਦਾ ਸਮਰਥਨ ਵੀ ਮਿਲਿਆ, ਪਰ ਪ੍ਰਦਰਸ਼ਨ ਕਰਨ ਆਏ ਖਿਡਾਰੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਖੇਡਾਂ ਵਤਨ ਪੰਜਾਬ ਦੀਆਂ ਕਰਾਉਣ ਨਾਲ ਜਾਂ ਤੁਹਾਡੇ ਉਸ ਪ੍ਰਮੋਸ਼ਨ ਨਾਲ ਕੁਝ ਨਹੀਂ ਹੋਣਾ। ਜਿਹੜੇ ਰੀਅਲ ਹੀਰੋ ਹੈਗੇ, ਜਿਨ੍ਹਾਂ ਨੇ ਆਪਦੀ ਜ਼ਿੰਦਗੀ ਪੂਰੀ, ਤੁਸੀਂ ਖਿਡਾਰੀ ਬਣਾਉਣ ਦੀ ਗੱਲ ਕਰ ਰਹੇ ਹੋ, ਗੈਂਗਸਟਰਵਾਦ ਖਤਮ ਕਰਨ ਦੀ ਗੱਲ ਕਰ ਰਹੇ ਹੋ, ਪਰ ਜਿਹੜੀ ਅਸਲੀ ਪਨੀਰੀ ਹੈ ਤੁਸੀਂ ਜੇ ਉਹ ਨਹੀਂ ਸਾਂਭ ਸਕਦੇ ਨਾ, ਤੁਸੀਂ ਭਾਵੇਂ ਕਰੋੜਾਂ ਰੁਪਏ ਖੇਡਾਂ ਵਤਨ ਪੰਜਾਬ ਤੇ ਲਾਓ, ਕੁਝ ਵੀ ਲਾਓ, ਉਸ ਨਾਲ ਕੁਝ ਨਹੀਂ ਹੋਣਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਨੌਕਰੀਆਂ ਦੀ ਮੰਗ ਕੀਤੀ। ਇਲਜ਼ਾਮ ਨੇ ਕਿ ਪੈਰਾਲੰਪਿਕਸ ਖਿਡਾਰੀਆਂ ਨੂੰ 2008 ਤੋਂ ਬਾਅਦ ਕੋਈ ਨੌਕਰੀ ਨਹੀਂ ਦਿੱਤੀ ਗਈ, ਜਦਕਿ ਉਹ ਦੇਸ਼ ਦੇ ਲਈ ਖੇਡ ਕੇ ਵੀ ਬੇਰੁਜ਼ਗਾਰ ਘੁੰਮ ਰਹੇ ਨੇ। ਹੁਣ ਸਾਡੀ ਗੱਲ ਨਾ ਸੁਣੀ ਨਾ, ਮੈਂ ਇੰਡੀਆ ਛੱਡ ਦੂੰਗਾ, ਤੁਹਾਨੂੰ ਦੁਬਾਰਾ ਇੱਥੇ ਮੌਕੇ ਤੇ ਧਰਨੇ ਤੇ ਨਹੀਂ ਮਿਲੂਗਾ। ਕਿਉਂ ਛੱਡਣਾ ਹੈ? ਇੰਡੀਆ ਰਹਿਣ ਲਾਇਕ ਨਹੀਂ ਰਿਹਾ ਜੀ। ਹੁਣ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੈਂ ਪੰਜਾਬ 'ਚ ਬੈਠਾ, ਮੈਨੂੰ ਬਹੁਤ ਅਫਸੋਸ ਹੈ। ਬੱਚੇ ਛੱਡ ਕੇ ਇੱਥੇ ਆਉਂਦੇ ਹਾਂ, ਅਸੀਂ ਮੈਡਲ ਜਿੱਤਦੇ ਹਾਂ, ਸਾਨੂੰ ਸਰਕਾਰ ਕਹਿੰਦੀ ਅਸੀਂ ਬੱਚੇ ਬਾਹਰ ਨਹੀਂ ਜਾਣ ਦੇਣੇ, ਸਰਕਾਰ ਹੀ ਮਜਬੂਰ ਕਰ ਰਹੀ ਹੈ ਸਾਨੂੰ ਬਾਹਰ ਜਾਣ ਲਈ। ਤੇ ਦੇਸ਼ ਵਿਦੇਸ਼ ਦੇ ਵਿੱਚ ਆਪਣੀ ਧਾਕ ਜਮਾ ਚੁੱਕੇ ਇਹਨਾਂ ਖਿਡਾਰੀਆਂ ਨੇ ਸਰਕਾਰ ਨੂੰ 3 ਮਹੀਨਿਆਂ ਦਾ ਅਲਟੀਮੇਟਮ ਦਿੱਤਾ ਤੇ ਨੌਕਰੀਆਂ ਨਾ ਮਿਲਣ ਦੀ ਸੂਰਤ ਦੇ ਵਿੱਚ ਦੇਸ਼ ਛੱਡਣ ਦੀ ਚੇਤਾਵਨੀ ਵੀ ਦਿੱਤੀ।
खैर देश छड्डण ਦਾ ਜ਼ਿਕਰ ਹੋ ਰਿਹਾ ਹੈ, ਪਰ ਦੂਜੇ ਪਾਸੇ ਸਵਾਲ ਇਹ ਹੈ ਕਿ ਆਖਿਰ ਇਹਨਾਂ ਦੀ ਸੁਣੀ ਕਿਉਂ ਨਹੀਂ ਜਾ ਰਹੀ। ਖੈਰ ਜਦੋਂ ਪੈਰਾਲੰਪਿਕਸ ਖਿਡਾਰੀਆਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਆਪਣੀਆਂ ਮੰਗਾਂ ਨੂੰ ਮਨਵਾਉਣ ਨੂੰ ਲੈ ਕੇ ਸਰਕਾਰਾਂ ਤੇ ਇਲਜ਼ਾਮ ਲੱਗਣ, ਵਾਅਦੇ ਪੂਰੇ ਨਾ ਕਰਨ ਦੇ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਨੌਜਵਾਨ ਬੱਲੇਬਾਜ਼ ਰਿਤੂਰਾਜ ਗਾਇਕਵਾੜ ਖੂਬ ਚਰਚਾ ਦੇ ਵਿੱਚ ਨੇ। ਵਜ੍ਹਾ ਹੈ ਵਿਜੇ ਹਜ਼ਾਰੇ ਟਰਾਫੀ ਤੇ ਮਹਾਰਾਸ਼ਟਰ ਦੇ ਵੱਲੋਂ ਖੇਡਦੇ ਹੋਏ ਉਹਨਾਂ ਨੇ ਰਚਿਆ ਇਤਿਹਾਸ। ਗਾਇਕਵਾੜ ਨੇ ਉੱਤਰ ਪ੍ਰਦੇਸ਼ ਦੇ ਖਿਲਾਫ ਮੈਚ ਦੇ 1 ਓਵਰ ਦੇ ਵਿੱਚ 7 ਛੱਕੇ ਜਮਾ ਦਿੱਤੇ। ਇਹ ਲਿਮਟਿਡ ਓਵਰ ਕ੍ਰਿਕਟ ਦੇ ਵਿੱਚ ਕਾਰਨਾਮਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ। ਗਾਇਕਵਾੜ ਨੇ ਕਾਰਨਾਮਾ ਮਹਾਰਾਸ਼ਟਰ ਦੀ ਇਨਿੰਗ ਦੇ 49ਵੇਂ ਓਵਰ ਦੇ ਵਿੱਚ ਕੀਤਾ। ਸ਼ਿਵਾ ਸਿੰਘ ਦੇ ਇਸ ਓਵਰ ਦੇ ਵਿੱਚ ਇੱਕ ਗੇਂਦ ਨੋ ਬਾਲ ਸੀ। ਇਸ ਤਰ੍ਹਾਂ ਇਹ ਓਵਰ 7 ਗੇਂਦਾਂ ਦਾ ਹੋਇਆ ਤੇ ਗਾਇਕਵਾੜ ਨੇ ਸਾਰੀਆਂ 7 ਗੇਂਦਾਂ ਦੇ ਉੱਤੇ 6 ਜਮਾ ਦਿੱਤੇ। ਇਸ ਓਵਰ ਦੇ ਵਿੱਚ ਕੁੱਲ 43 ਦੌੜਾਂ ਬਣੀਆਂ। ਗਾਇਕਵਾੜ ਨੇ ਇਸ ਇਨਿੰਗ ਦੇ ਵਿੱਚ 159 ਗੇਂਦਾਂ ਦੇ ਉੱਤੇ 220 ਦੌੜਾਂ ਬਣਾਈਆਂ। ਇਸ ਦੌਰਾਨ ਉਹਨਾਂ ਨੇ 10 ਚੌਕੇ ਅਤੇ 16 ਛੱਕੇ ਜਮਾਏ। ਗਾਇਕਵਾੜ ਦੀ ਇਸ ਇਨਿੰਗ ਦੀ ਬਦੌਲਤ ਮਹਾਰਾਸ਼ਟਰ ਨੇ 50 ਓਵਰ ਦੇ ਵਿੱਚ 5 ਵਿਕਟ ਗਵਾ ਕੇ 330 ਰਨ ਬਣਾਏ। ਗਾਇਕਵਾੜ ਨੇ ਇਸ ਪਾਰੀ ਦੇ ਵਿੱਚ ਓਪਨਿੰਗ ਕੀਤੀ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ਦਾ ਕੋਈ ਹੋਰ ਬੱਲੇਬਾਜ਼ ਅਰਧ ਸੈਂਕੜਾ ਨਹੀਂ ਜਮਾ ਸਕਿਆ। ਅਜਿਹਾ ਨਹੀਂ ਹੈ ਕਿ ਗਾਇਕਵਾੜ ਨੇ ਕਿਸੇ ਹਲਕੀ ਗੇਂਦਬਾਜ਼ੀ ਟੀਮ ਦੇ ਖਿਲਾਫ ਤਾਬੜਤੋੜ ਬੱਲੇਬਾਜ਼ੀ ਕੀਤੀ ਹੋਵੇ। ਇਸ ਮੈਚ ਦੇ ਵਿੱਚ ਉੱਤਰੀ ਯੂਪੀ ਦੀ ਟੀਮ ਦੇ ਵਿੱਚ IPL ਖੇਡ ਚੁੱਕੇ 4 ਗੇਂਦਬਾਜ਼ ਮੌਜੂਦ ਸਨ। ਖੈਰ 1 ਓਵਰ ਦੇ ਵਿੱਚ 7 ਛੱਕੇ। ਤੁਹਾਨੂੰ ਯਾਦ ਹੋਏਗਾ 2007 ਦੇ T20 ਵਰਲਡ ਕੱਪ ਦੇ ਵਿੱਚ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ 6 ਗੇਂਦਾਂ 'ਚ 1 ਓਵਰ ਦੇ ਵਿੱਚ 6 ਗੇਂਦਾਂ 6 ਦੀਆਂ 6 ਗੇਂਦਾਂ ਬਾਉਂਡਰੀ ਤੋਂ ਬਾਹਰ ਪਹੁੰਚਾਈਆਂ ਸੀ, 6 ਛੱਕੇ ਲਗਾਏ ਸੀ। ਖੈਰ ਇਹ ਪਹਿਲੀ ਵਾਰ ਹੋਇਆ ਕਿ ਜਦੋਂ 1 ਓਵਰ ਦੇ ਵਿੱਚ ਇੱਕ ਨੋ ਬਾਲ ਹੋਣ ਦੀ ਵਜ੍ਹਾ ਨਾਲ 7 ਦੀਆਂ 7 ਗੇਂਦਾਂ ਬਾਉਂਡਰੀ ਦੇ ਬਾਹਰ ਪਹੁੰਚਾ ਦਿੱਤੀਆਂ ਗਈਆਂ ਹੋਣ। ਖੈਰ IPL ਆਉਣ ਵਾਲਾ ਹੈ। IPL ਦੀ ਖਾਸ ਤੌਰ ਤੇ ਆਕਸ਼ਨ ਜਲਦੀ ਹੋਣ ਵਾਲੀ ਹੈ ਤੇ ਉਸ ਤੋਂ ਪਹਿਲਾਂ ਰਿਤੂਰਾਜ ਗਾਇਕਵਾੜ ਦੀ ਇਹ ਇਨਿੰਗ ਖੂਬ ਚਰਚਾ ਦੇ ਵਿੱਚ ਹੈ ਤੇ IPL ਦੇ ਵਿੱਚ ਬਹੁਤ ਮਹਿੰਗੇ ਵੀ ਉਹ ਖਰੀਦੇ ਇਸ ਇਨਿੰਗ ਦੀ ਵਜ੍ਹਾ ਦੇ ਨਾਲ ਜਾ ਸਕਦੇ ਨੇ। ਖੈਰ ਜਦੋਂ ਕੋਈ ਖਿਡਾਰੀ 1 ਓਵਰ ਦੇ ਵਿੱਚ 43 ਦੌੜਾਂ ਬਣਾ ਦੇਵੇ ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕੋਟਪੁਰਾ ਗੋਲੀकांड ਦੀ। ਇਸ ਮਾਮਲੇ ਦੇ ਵਿੱਚ ਜਾਂਚ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ। ਫਿਰ ਤੋਂ ਦਰਜ ਕੀਤੇ ਗਏ ਨੇ ਪੀੜਤਾਂ ਤੇ ਗਵਾਹਾਂ ਦੇ ਬਿਆਨ। ਤਾਂ SIT ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗਵਾਹਾਂ ਤੇ ਪੀੜਤਾਂ ਦੇ ਬਿਆਨ ਦਰਜ ਕੀਤੇ ਗਏ ਨੇ। ਫਰੀਦਕੋਟ ਕੈਂਪ ਆਫਿਸ ਦੇ ਵਿੱਚ ਬਿਆਨ ਦਰਜ ਕੀਤੇ ਗਏ। SIT ਮੈਂਬਰ ਅਤੇ SSP ਮੋਗਾ ਗੁਰਨੀਤ ਸਿੰਘ ਖੁਰਾਣਾ ਉੱਥੇ ਮੌਜੂਦ ਸਨ। 2015 ਦੇ ਵਿੱਚ ਕੋਟਪੁਰਾ ਦੇ ਵਿੱਚ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਜਦੋਂ ਬੇਅਦਬੀ ਦੀ ਘਟਨਾ ਦੇ ਵਿਰੋਧ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕੋਟਪੁਰਾ ਤੇ ਬੈਬਲ ਕਲਾਂ ਦੇ ਵਿੱਚ। ਕੋਟਪੁਰਾ ਦੇ ਵਿੱਚ ਵੱਖਰਾ ਤੇ ਬੈਬਲ ਕਲਾਂ ਦੇ ਵਿੱਚ ਵੱਖਰਾ। ਤਾਂ ਕੋਟਪੁਰਾ ਦੇ ਵਿੱਚ ਵੀ ਗੋਲੀ ਚੱਲੀ ਸੀ। ਹਾਲਾਂਕਿ ਉੱਥੇ ਰਾਹਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕੁਝ ਲੋਕ ਇੰਜਰ ਜ਼ਰੂਰ ਹੋਏ। ਔਰ ਉਸ ਤੋਂ ਬਾਅਦ ਇਹ ਪੂਰੇ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਆਖਿਰ ਆਦੇਸ਼ ਕਿਸ ਦੇ ਵੱਲੋਂ ਦਿੱਤੇ ਗਏ ਇਸ ਗੋਲੀ ਨੂੰ ਚਲਾਉਣ ਦੇ। ਤਾਂ ਬਿਆਨ ਦਰਜ ਕੀਤੇ ਜਾ ਰਹੇ ਨੇ SIT ਦੇ ਵੱਲੋਂ, SIT ਦੇ ਨੁਮਾਇੰਦਿਆਂ ਵੱਲੋਂ। ਕਾਬਿਲੇ ਗੌਰ ਹੈ ਕਿ SIT ਇਹ ਨਵੀਂ ਬਣਾਈ ਗਈ। ਇਸ ਤੋਂ ਪਹਿਲਾਂ ਵੀ ਜਾਂਚ ਟੀਮਾਂ ਇਸ ਮਾਮਲੇ 'ਚ ਕੋਟਪੁਰਾ ਗੋਲੀकांड ਮਾਮਲੇ 'ਚ ਜਾਂਚ ਕਰ ਚੁੱਕੀਆਂ ਨੇ, ਪਰ ਕੁਮਰ ਵਿਜੇ ਪ੍ਰਤਾਪ ਵਾਲੀ SIT ਦੀ ਰਿਪੋਰਟ ਜੋ ਪਹੁੰਚੀ ਸੀ ਉਸ ਨੂੰ ਹਾਈ ਕੋਰਟ ਨੇ ਕੁਐਸ਼ ਕਰ ਦਿੱਤਾ ਸੀ, ਯਾਨੀ ਰੱਦ ਕਰ ਦਿੱਤਾ ਸੀ ਤੇ ਨਵੀਂ SIT ਬਣਾਉਣ ਦੇ ਆਦੇਸ਼ ਦਿੱਤੇ ਸੀ। ਉਹ ਨਵੀਂ SIT ਨਵੇਂ ਸਿਰੇ ਤੋਂ ਪੂਰੀ ਜਾਂਚ ਕਰ ਰਹੀ ਹੈ। ਅੱਗੇ ਵਧਦੇ ਹਾਂ ਤੇ ਹੁਣ ਗੱਲ ਹੋਵੇਗੀ 28 ਨਵੰਬਰ ਦੀ। 28 ਨਵੰਬਰ ਦਾ ਇਤਿਹਾਸ ਕੀ ਕੁਝ ਕਹਿੰਦਾ ਹੈ ਉਹ ਤੁਹਾਨੂੰ ਦੱਸਾਂਗੇ। 28 ਨਵੰਬਰ ਦਾ ਇਤਿਹਾਸ ਜੁੜਿਆ ਹੋਇਆ ਹੈ ਬੱਸ ਜਹਾਜ਼ ਉਡਾਉਣ ਦੇ ਨਾਲ। ਜੀ ਹਾਂ, ਇੰਦਰਾਨੀ ਸਿੰਘ 에ਅਰ ਬੱਸ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੇ ਸਨ। ਐਵੀਏਸ਼ਨ ਇੰਡਸਟਰੀ ਦੇ ਵਿੱਚ 28 ਨਵੰਬਰ 1996 ਦਾ ਦਿਨ ਇੱਕ ਭਾਰਤੀ ਦੇ ਨਾਮ ਦਰਜ ਹੈ। ਉਹ ਨਾਮ ਹੈ ਕੈਪਟਨ ਇੰਦਰਾਨੀ ਸਿੰਘ। ਉਹਨਾਂ ਨੇ ਅਮਰੀਕਨ ਕੰਪਨੀ ਬੋਇੰਗ ਦੇ ਜਹਾਜ਼ 에ਅਰਬਸ A300 ਨੂੰ ਉਡਾ ਕੇ ਇਤਿਹਾਸ ਰਚਿਆ ਸੀ। ਉਹ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਨੇ ਅਤੇ ਏਸ਼ੀਆ ਦੀ ਪਹਿਲੀ ਕਮਰਸ਼ੀਅਲ ਮਹਿਲਾ ਪਾਇਲਟ ਵੀ ਬਣਨ ਦਾ ਉਹਨਾਂ ਨੂੰ ਹੀ ਮਾਣ ਹਾਸਲ ਹੈ। ਉਹ ਇਸ ਜਹਾਜ਼ ਦੀ ਕਮਾਂਡਰ ਵੀ ਰਹੇ ਨੇ। ਕੈਪਟਨ ਇੰਦਰਾਨੀ ਸਿੰਘ ਦੁਨੀਆ ਦੀ ਪਹਿਲੀ ਮਹਿਲਾ ਨੇ ਜੋ 에ਅਰਬਸ A300 ਦੀ ਕਮਾਂਡਰ ਰਹੇ ਸੀ। ਅਸੀਂ ਰੁਕ ਰਹੇ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ। ਫਰਕ ਤਾਂ ਪੈਂਦਾ ਦੇ ਵਿੱਚ ਵਾਪਸ ਆਵਾਂਗੇ ਕੁਝ ਹੋਰ ਵੱਡੀਆਂ ਖਬਰਾਂ ਦੇ ਨਾਲ।